Today I am going to teach you writing task 2. In this video we will see the causes and solution essay. And in the previous video I have defined all types of writing task 2 along with the thesis. If you have not watched that video yet, please visit to my channel English for Beginners and watch that video, and I will give a link in the description box also so that you can watch that video. Now we move towards our writing task 2. Firstly, look at the statement. One problem faced by almost every large city is traffic congestion. What do you think the causes are? What solution can you suggest? Statement की कह रही ਆਪਾਂ ਨੂੰ ਵੀ ਇੱਕ ਪ੍ਰੋਬਲਮ ਆ ਜਿਹੜੀ ਕਿ ਫੇਸ ਕੀਤੀ ਜਾਂਦੀ ਆ ਲਗਭਗ ਹਰ ਜਿਹੜੀ ਲਾਰਜ ਸਿਟੀ ਆ ਹਰ ਵੱਡੀ ਸਿਟੀ ਆ ਉਹ ਕੀ ਆ ਟ੍ਰੈਫਿਕ ਕੰਜੈਸ਼ਨ. ਵਟ ਡੂ ਯੂ ਥਿੰਕ ਦਾ ਕਾਜ਼ਸ ਆਰ ਮੀਨਸ ਇਹਦੇ ਕੀ ਕਾਰਨ ਆ ਤੇ ਕਿਹੜੇ ਸੋਲੂਸ਼ਨ ਇਹਦੇ ਹੋ ਸਕਦੇ ਆ. ਹੁਣ ਆਪਾਂ ਨੂੰ ਕਲੀਅਰ ਹੋ ਗਿਆ ਕਿ ਕਾਜ਼ ਸੋਲੂਸ਼ਨ ਵਾਲਾ ਐਸੇ ਆ ਇੱਥੇ ਕਾਜ਼ਸ ਪਾਇਆ ਇੱਥੇ ਸੋਲੂਸ਼ਨਸ ਪਾਇਆ ਮੀਨਸ ਇਹ ਪਲੂਰਲ ਫਾਰਮ 'ਚ ਆ. ਜਦੋਂ ਪਲੂਰਲ ਫਾਰਮ 'ਚ ਹੋਵੇ ਆਪਾਂ ਆਪਣੇ BP 'ਚ ਐਟਲੀਸਟ 2 ਕਾਜ਼ਸ ਲਿਖਣੇ ਹੁੰਦੇ ਆ ਉਹਦੇ ਸੋਲੂਸ਼ਨ ਲਿਖਣੇ ਹੁੰਦੇ ਆ. ਜੇ ਇੱਥੇ ਸਿੰਗੂਲਰ ਫਾਰਮ ਹੁੰਦੀ ਮੀਨਸ ਇੱਥੇ ਐਸ ਨਾ ਹੁੰਦੀ ਤਾਂ ਆਪਾਂ ਇੱਕ ਕਾਜ਼ ਪਾ ਸਕਦੇ ਸੀ ਇੱਕ ਸੋਲੂਸ਼ਨ ਪਾ ਸਕਦੇ ਸੀ. ਹੁਣ ਕਾਜ਼ਸ ਆ ਪਲੂਰਲ ਫਾਰਮ ਆ ਇਸ ਲਈ ਐਟਲੀਸਟ ਆਪਾਂ ਨੂੰ 2 ਕਾਜ਼ਸ ਤੇ ਉਹਦੇ ਸੋਲੂਸ਼ਨ ਮੈਂਸ਼ਨ ਕਰਨੇ ਪੈਣਗੇ. ਫਸਟਲੀ ਕੀ ਹੁੰਦਾ ਇੰਟਰੋਡਕਸ਼ਨ ਲਿਖਣੀ ਹੁੰਦੀ. ਇੰਟਰੋਡਕਸ਼ਨ ਦਾ ਮੀਨਿੰਗ ਕੀ ਹੁੰਦਾ ਆਪਾਂ ਰੀਫਰੇਜ਼ ਕਰਨਾ ਹੁੰਦਾ ਆਪਣੀ ਸਟੇਟਮੈਂਟ ਨੂੰ ਤੇ ਥੀਸਿਸ ਦੇਣਾ ਹੁੰਦਾ. ਰੀਫਰੇਜ਼ ਦਾ ਮੀਨਿੰਗ ਕੀ ਹੁੰਦਾ ਆਪਣੀ ਜਿਹੜੀ ਸਟੇਟਮੈਂਟ ਆ ਉਹਨੂੰ ਆਪਾਂ ਆਪਣੀ ਵਰਡਿੰਗ 'ਚ ਲਿਖਣਾ ਹੁੰਦਾ ਤੇ ਉਹਦਾ ਮੀਨਿੰਗ ਸਿਮਿਲਰ ਹੀ ਰਵੇ ਇੰਟਰੋ ਦੇ ਵਿੱਚ ਜੋ ਆਪਾਂ ਸਟੇਟਮੈਂਟ ਨੂੰ ਰੀਫਰੇਜ਼ ਕਰਕੇ ਲਿਖ ਰਹੇ ਹਾਂ. ਮੀਨਸ ਆਪਾਂ ਉਹਨੂੰ ਸਿਨੋਨਿਮ 'ਚ ਲਿਖ ਸਕਦੇ ਹਾਂ ਜਾਂ ਪੂਰੀ ਲਾਈਨ ਨੂੰ ਚੇਂਜ ਕਰਕੇ ਲਿਖ ਸਕਦੇ ਹਾਂ ਪਰ ਮੀਨਿੰਗ ਉਹਦਾ ਸਿਮਿਲਰ ਹੋਣਾ ਚਾਹੀਦਾ ਵਾ. ਮੋਸਟ ਆਫ ਦਾ ਸਟੂਡੈਂਟ ਕੀ ਕਰਦੇ ਆ ਉਹ ਜਿਵੇਂ ਪ੍ਰੋਬਲਮ ਆ ਉਹਨੂੰ ਉਹਦਾ ਸਿਨੋਨਿਮ ਲਿਖਦੇ ਨੇ ਇੰਪੈਂਡੀਮੈਂਟ ਜਾਂ ਆਬਸਟੈਕਲ, ਫੇਸ ਨੂੰ ਕਨਫਰੰਟ, ਆਲਮੋਸਟ ਨੂੰ ਅਪਰੋਕਸੀਮੇਟਲੀ. ਇਸ ਤਰ੍ਹਾਂ ਕੀ ਹੁੰਦਾ ਬਹੁਤ ਡਿਫਿਕਲਟੀ ਆਉਂਦੀ ਆ ਰੀਫਰੇਜ਼ ਕਰਨ ਲੱਗੇ. ਜੇ ਆਪਾਂ ਪੂਰੀ ਲਾਈਨ ਨੂੰ ਚੇਂਜ ਕਰ ਦਿੰਦੇ ਆ ਮੀਨਿੰਗ ਪਰ ਉਹਦਾ ਸੇਮ ਆ ਤੇ ਉਹ ਈਜ਼ੀ ਹੁੰਦਾ ਨਾਲੇ ਆਪਣੀ ਬੈਂਡ ਸਕੋਰ ਨੂੰ ਵੀ ਇੰਪਰੂਵ ਕਰਦਾ ਵਾ. ਫਸਟਲੀ ਆਪਾਂ ਕਨੈਕਟਰ ਯੂਜ਼ ਕੀਤਾ ਵਿਦਾਊਟ ਐਨੀ ਇਕੁਇਵਲੈਂਸ. ਇਹਦਾ ਮੀਨਸ ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ. ਇਨ ਦਿਸ ਕੰਟੈਂਪਰਰੀ ਅਪੋਜ਼ ਟ੍ਰੈਫਿਕ ਕੰਜੈਸ਼ਨ ਹੈਜ਼ ਬਿਕਮ ਦਾ ਡੋਮੀਨੈਂਟ ਮੈਨੈਂਸ ਅਪਰੋਕਸੀਮੇਟਲੀ in entire metropolitan hometowns. By dint of this, inhabitants have to confront ample of adversities. ਇਹਦਾ ਮੀਨਿੰਗ ਕੀ ਹੈ ਵੀ ਅੱਜ ਕੱਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਅੱਜ ਕੱਲ ਟ੍ਰੈਫਿਕ ਕੰਜੈਸ਼ਨ ਹੈਜ਼ ਬਿਕਮ ਦਾ ਡੋਮੀਨੈਂਟ ਮੈਨੈਂਸ. ਡੋਮੀਨੈਂਟ ਮੈਨੈਂਸ ਦਾ ਮਤਲਬ ਆ ਡੋਮੀਨੈਂਟ ਦਾ ਮੇਨ, ਮੈਨੈਂਸ ਮੀਨਸ ਪ੍ਰੋਬਲਮ, approximately means almost in entire metropolitan hometowns. Entire metropolitan hometowns ਦਾ ਮਤਲਬ ਵੱਡੀਆਂ ਸਿਟੀਆਂ ਜਿਨ੍ਹਾਂ ਨੂੰ ਆਪਾਂ ਲਾਰਜ ਸਿਟੀਜ਼ ਕਹਿੰਦੇ ਆ. by dint of this ਦਾ meaning ਹੈਗਾ because of this. Inhabitants have to confront ample of adversities. Inhabitants means people, have to confront means face, ample of adversity means ਬਹੁਤ ਸਾਰੀਆਂ problems. ਇਹਦਾ meaning ਇਹ ਹੋਇਆ ਕਿ ਅੱਜ ਕੱਲ ਟ੍ਰੈਫਿਕ ਕੰਜੈਸ਼ਨ ਹੈ ਜਿਹੜਾ ਇੱਕ ਮੇਨ ਪ੍ਰੋਬਲਮ ਬਣ ਚੁੱਕੀ ਆ ਲਗਭਗ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜਿਹਦੇ ਕਰਕੇ ਲੋਕਾਂ ਨੂੰ ਕੀ ਆ ਫੇਸ ਕਰਨੀਆਂ ਪੈਂਦੀਆਂ ਵਾ ਬਹੁਤ ਸਾਰੀਆਂ ਪ੍ਰੋਬਲਮਸ. ਇਨ ਫੈਕਟ ਦੇਅਰ ਆਰ ਸੈਵਰਲ ਕੰਟਰੀਬਿਊਟਿਵ ਫੈਕਟਰਸ ਐਂਡ ਰੈਮੇਡੀਕਲ ਮੈਜਰਮੈਂਟਸ. ਕਹਿੰਦਾ ਅਸਲ ਵਿੱਚ ਬਹੁਤ ਸਾਰੇ ਇਹਦੇ ਫੈਕਟਰਸ ਆ ਮੀਨਸ ਬਹੁਤ ਸਾਰੇ ਰੀਜ਼ਨ ਆ ਤੇ ਰੈਮੇਡੀਕਲ ਮੈਜਰਮੈਂਟਸ ਦਾ ਮਤਲਬ ਆ ਵੀ ਸੋਲੂਸ਼ਨ ਆ ਵਿਚ ਵੁੱਡ ਬੀ ਡਿਕੋਡਡ ਇਨ ਫੋਲੋਇੰਗ ਫਰੈਗਮੈਂਟਸ ਵਿਦ ਪ੍ਰੋਪਰ ਐਕਸਪਲੇਨੇਸ਼ਨ. ਮੀਨਸ ਜਿਹੜੇ ਕਿ ਅੱਗੇ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨ ਦੇ ਨਾਲ ਡਿਸਕ੍ਰਾਈਬ ਕੀਤੇ ਜਾਣਗੇ. ਇੱਥੇ ਆਪਾਂ ਪੈਸਿਵ ਫਾਰਮ ਯੂਜ਼ ਕੀਤੀ ਹੈ ਵਿਚ ਵੁੱਡ ਬੀ ਡਿਕੋਡਡ ਇਸ ਲਈ ਤੇ ਥਰਡ ਫਾਰਮ ਆ. ਤੇ ਇਸ ਟਾਈਪ ਦੇ ਵਿੱਚ ਆਪਾਂ ਟੋਟਲ 4 ਪੈਰਾਗ੍ਰਾਫਸ ਲਿਖਣੇ ਹੁੰਦੇ ਆ. ਇੰਟਰੋ, 2 BPs ਤੇ ਕਨਕਲੂਜਨ. ਤੇ ਆਪਾਂ BP ਦੇ ਵਿੱਚ ਮੀਨਸ ਇੱਕ BP 'ਚ ਇੱਕ ਪ੍ਰੋਬਲਮ ਇੱਕ ਸੋਲੂਸ਼ਨ ਮੈਂਸ਼ਨ ਵੀ ਕਰ ਸਕਦੇ ਆ. ਨੈਕਸਟ ਵਿੱਚ ਇੱਕ ਪ੍ਰੋਬਲਮ ਤੇ ਸੋਲੂਸ਼ਨ ਤੇ ਇਸ ਤੋਂ ਬਿਨਾਂ ਆਪਾਂ ਦੋਨੇ ਪ੍ਰੋਬਲਮਸ ਨੂੰ ਆਪਣੀਆਂ ਨੂੰ ਇੱਕ BP 'ਚ ਉਹਨਾਂ ਦੇ ਸੋਲੂਸ਼ਨ ਨੂੰ ਨੈਕਸਟ BP 'ਚ ਇਸ ਤਰ੍ਹਾਂ ਵੀ ਮੈਂਸ਼ਨ ਕਰ ਸਕਦੇ ਆ. ਇੱਕ BP 'ਚ ਆਪਣੇ ਕੀ ਇੰਪੋਰਟੈਂਟ ਆ ਮੇਨ ਪੁਆਇੰਟ, ਐਕਸਪਲੇਨੇਸ਼ਨ ਉਹਦੀ, ਐਗਜ਼ਾਮਪਲ ਦੈਨ ਰਿਜ਼ਲਟ. ਜੇ ਆਪਣੀ ਲੈਂਥ ਜ਼ਿਆਦਾ ਹੁੰਦੀ ਆ ਮੀਨਸ ਆਪਣੇ ਪੂਰੇ ਐਸੇ ਦੇ ਵਿੱਚ ਇੱਕ ਐਗਜ਼ਾਮਪਲ ਜ਼ਰੂਰ ਹੋਣੀ ਚਾਹੀਦੀ ਆ. ਜੇ ਆਪਣੀ ਲੈਂਥ ਜ਼ਿਆਦਾ ਹੁੰਦੀ ਆ ਆਪਾਂ ਐਗਜ਼ਾਮਪਲ ਨੂੰ ਸਕਿਪ ਵੀ ਕਰ ਸਕਦੇ ਆ ਪਰ ਐਸੇ ਪੂਰੇ ਦੇ ਵਿੱਚ ਇੱਕ ਐਗਜ਼ਾਮਪਲ ਜਿਹੜੀ ਆ ਉਹ ਨੈਸੈਸਰੀ ਆ. ਇੱਥੇ ਆਪਾਂ ਕਨੈਕਟਰ ਲਾਇਆ commencing with. Commencing with the most significant issue is inclination of private vehicles which are preferred by almost every person. ਪਹਿਲਾਂ ਆਪਾਂ ਦੱਸਦਾ ਮੇਨ ਪੁਆਇੰਟ ਵੀ ਜਿਹੜੇ ਮੇਨ ਪ੍ਰੋਬਲਮ ਕੀ ਆ ਟ੍ਰੈਫਿਕ ਦੇ ਵਧਣ ਦਾ ਪ੍ਰਾਈਵੇਟ ਵਹੀਕਲਸ ਆ ਮੀਨਸ ਪ੍ਰਾਈਵੇਟ ਵਹੀਕਲ ਦਾ ਵਾਧਾ ਵਾ ਜਿਹੜੇ ਕਿ ਪ੍ਰੈਫਰਡ ਕੀਤੇ ਜਾਂਦੇ ਆ ਲਗਭਗ ਸਾਰੇ ਪਰਸਨ ਦੇ ਦੁਆਰਾ. ਕਿਉਂ ਕੀਤੇ ਜਾਂਦੇ ਬਿਕੋਜ਼ these are not merely convenient and comfortable but also time saving in comparison with public transportation. On owing to this they can reach their destination easily. ਇਹ ਆਪਣਾ ਫਰਸਟ ਪੁਆਇੰਟ ਤੇ along with the explanation ਹੈ
ਮੀਨਸ ਪਹਿਲਾਂ ਆਪਾਂ ਦੱਸਤਾ ਕਿ ਮੇਨ ਜਿਹੜਾ ਕਾਜ਼ ਕੀ ਆ ਪ੍ਰਾਈਵੇਟ ਵਹੀਕਲਸ ਦਾ ਵਾਧਾ ਵਾ, ਜਿਹੜਾ ਕਿ ਸਾਰੇ ਲੋਕ ਅੱਜ ਕੱਲ੍ਹ ਪ੍ਰੈਫਰ ਕਰਦੇ। ਕਿਉਂ ਕਰਦੇ? ਕਿਉਂਕਿ ਇਹ ਕੱਲਾ ਇੱਥੇ ਆਪਾਂ ਲਾਤਾ ਕਨੈਕਟਰ, ਨਾਟ ਮੇਅਰਲੀ ਬਟ ਆਲਸੋ ਵਾਲਾ ਵੀ ਕੱਲਾ ਇਹ ਕਨਵੀਨੀਅੰਟ ਤੇ ਕੰਫਰਟੇਬਲ ਹੀ ਨਹੀਂਗਾ ਮੀਨਸ ਪ੍ਰਾਈਵੇਟ ਵਹੀਕਲਸ ਨੂੰ ਪ੍ਰੈਫਰ ਕਰਨਾ। ਕਿਉਂ ਮੀਨਸ ਪ੍ਰੈਫਰ ਕਰਦੇ ਆਪਾਂ ਇਹੀ ਐਕਸਪਲੇਨੇਸ਼ਨ 'ਚ ਮੈਂਸ਼ਨ ਕਰਨਾ ਹੁੰਦਾ। ਬਟ ਆਲਸੋ ਟਾਈਮ ਸੇਵਿੰਗ ਕੀ ਹੈ ਕਿਹਦੇ ਕੰਪੈਰੀਜ਼ਨ? ਪਬਲਿਕ ਟਰਾਂਸਪੋਰਟੇਸ਼ਨ ਦੇ। ਮੀਨਸ ਪਬਲਿਕ ਟਰਾਂਸਪੋਰਟੇਸ਼ਨ ਤੇ ਆਪਾਂ ਜੇ ਮੰਨ ਲਓ ਕੋਈ ਬੱਸ ਲੈਣੀ ਆ, ਉਹਦੇ ਤੇ ਆਪਣਾ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ। ਉਹੀ ਜੇ ਆਪਾਂ ਆਪਣਾ ਵਹੀਕਲ ਯੂਜ਼ ਕਰੀਏ, ਆਪਾਂ ਈਜ਼ੀਲੀ ਕਿਤੇ ਵੀ ਆਪਣੀ ਡੈਸਟੀਨੇਸ਼ਨ ਤੇ ਬਿਨਾਂ ਟਾਈਮ ਕੰਜ਼ਿਊਮ ਕੀਤੇ, ਬਿਨਾਂ ਟਾਈਮ ਵੇਸਟ ਕੀਤੇ ਪਹੁੰਚ ਸਕਦੇ ਹਾਂ। ਨੈਕਸਟ ਪੁਆਇੰਟ ਆਪਣਾ ਕੀ ਹੈ? ਨੈਕਸਟ ਆਪਾਂ ਕਨੈਕਟਰ ਯੂਜ਼ ਕੀਤਾ ਫਰਦਰ ਮੋਰ। ਆਪਣੇ ਕਨੈਕਟਰ ਸਿਮਿਲਰ ਨਹੀਂ ਹੋਣੇ ਚਾਹੀਦੇ ਦੋਨੇ ਬੀਪੀਜ਼ ਦੇ ਵਿੱਚ। ਨੈਕਸਟ ਪੁਆਇੰਟ ਲਿਖਣ ਤੋਂ ਪਹਿਲਾਂ ਆਪਾਂ ਲਿਖਤਾ ਫਰਦਰ ਮੋਰ ਤੇ ਆਪਾਂ ਸੈਕੰਡਲੀ ਵੀ ਯੂਜ਼ ਕਰ ਸਕਦੇ। ਇਸ ਬੀਪੀ ਦੇ ਵਿੱਚ ਮੈਂ ਕੱਲੀਆਂ ਪ੍ਰੋਬਲਮਸ ਮੈਂਸ਼ਨ ਕੀਤੀਆਂ, ਫਿਰ ਇਹਨਾਂ ਦੇ ਸੋਲੂਸ਼ਨ ਨੈਕਸਟ ਵਿੱਚ ਆ। Furthermore, old infrastructure is also liable to make roads jam-packed. ਮੀਨਸ ਆਪਾਂ ਨੈਕਸਟ ਇਹਦਾ ਜਿਹੜੇ ਓਲਡ ਇਨਫਰਾਸਟਰਕਚਰ ਆ ਮੀਨਸ ਪੁਰਾਣੀਆਂ ਰੋਡਸ ਜਿਹੜੇ ਆ ਬਣੇ ਆ ਉਹ ਵੀ ਜ਼ਿੰਮੇਵਾਰ ਆ। ਲਾਈਬਲ ਮੀਨਸ ਰਿਸਪੌਂਸੀਬਲ ਆ ਟੂ ਮੇਕ ਰੋਡਸ ਜੈਮ-ਪੈਕਡ ਮੀਨਸ ਟ੍ਰੈਫਿਕ ਕੰਜੈਸ਼ਨ ਕਰਨ ਲਈ। ਇਨ ਦਿਸ ਕਰੰਟ ਸਿਨੈਰੀਓ ਦਾ ਮਤਲਬ ਪ੍ਰੈਜ਼ੈਂਟ ਟਾਈਮ ਦੇ ਵਿੱਚ ਮੈਜੋਰਿਟੀ ਆਫ ਰੋਡਸ ਆਰ ਇਨ ਨੈਰੋ ਸਾਈਜ਼। ਬਸ ਬਹੁਤ ਸਾਰੇ ਜਿਹੜੇ ਰੋਡਸ ਆ ਉਹ ਕੀ ਆ ਨੈਰੋ ਸਾਈਜ਼ ਦੇ ਵਿੱਚ ਆ। ਦੋ ਪੁਆਇੰਟਸ ਤੇ ਆਪਾਂ ਉਹਦੀ ਐਕਸਪਲੇਨੇਸ਼ਨ ਦਿੱਤੀ, ਹੁਣ ਆਪਾਂ ਇਹਨਾਂ ਦੀ ਐਗਜ਼ਾਮਪਲ ਦੇ ਦੇਣੀ ਹੈ। ਤੇ ਇੱਥੇ ਮੈਂ ਐਗਜ਼ਾਮਪਲ ਦੋਨਾਂ ਪੁਆਇੰਟਸ ਦੀ ਮਿਕਸ ਕਰਕੇ ਦੇਤੀ। ਟੂ ਐਪੀਟੋਮ ਐਗਜ਼ਾਮਪਲ ਨੂੰ ਆਪਾਂ ਫॉर ਐਗਜ਼ਾਮਪਲ ਵੀ ਲਿਖ ਸਕਦੇ ਹਾਂ, ਟੂ ਐਪੀਟੋਮ ਵੀ। ਅ ਹੈਡਲਾਈਨ ਹੈਜ਼ ਬੀਨ ਪਬਲਿਸ਼ਡ recently in renowned newspaper Tribune that numerous dwellers of United Kingdom do not give priority to public vehicles because of time consuming as well as ancient construction of the roads. As a sequel, it can be mentioned these reasons are responsible for traffic jam. ਇਹ 'ਚ ਆਪਾਂ ਕੀ ਕਿਹਾ ਐਗਜ਼ਾਮਪਲ ਦੇ ਵਿੱਚ? ਐਗਜ਼ਾਮਪਲ ਆਪਾਂ ਕੋਈ ਰਿਐਲਿਟੀ ਨਹੀਂ ਦੇਣੀ ਹੁੰਦੀ, ਪਰ ਆਪਾਂ ਜਿਹੜੀ ਐਗਜ਼ਾਮਪਲ ਦੇਣੀ ਆ ਉਹ ਮੋਸਟਲੀ ਫੋਰਨ ਨੇਸ਼ਨ ਨਾਲ ਰਿਲੇਟਡ ਹੋਣੀ ਚਾਹੀਦੀ ਆ, ਕਿਉਂਕਿ ਇਹ ਟੈਸਟ ਜਿਹੜਾ ਹੁੰਦਾ ਆਇਲਸ ਇਹ ਇੱਕ ਹੀ ਆ ਫੋਰਨ ਨੇਸ਼ਨ ਨਾਲ ਰਿਗਾਰਡਿੰਗ ਹੀ ਹੁੰਦਾ ਵਾ। ਆਪਾਂ ਇੱਥੇ ਐਗਜ਼ਾਮਪਲ ਦੇਤੀ, ਮਤਲਬ ਐਗਜ਼ਾਮਪਲ ਇਸ ਤਰ੍ਹਾਂ ਹੀ ਦੇਣੀ ਹੈ ਜਿਹੜੀ ਇੱਕ ਰਿਐਲਿਟੀ ਲੱਗੇ। ਇੱਕ ਆਪਾਂ ਦਿੱਤਾ ਇੱਥੇ ਵੀ ਇੱਕ ਹੈਡਲਾਈਨ ਆ ਜਿਹੜੀ ਉਹ ਪਬਲਿਸ਼ਡ ਕੀਤੀ ਗਈ ਆ ਰੀਸੈਂਟਲੀ ਕਿਹੜੇ ਨਿਊਜ਼ਪੇਪਰ ਟ੍ਰਿਬਿਊਨ ਦੇ ਵਿੱਚ, ਜਿਹੜਾ ਕਿ ਰਿਨਾਊਂਡ ਹੁੰਦਾ ਮੀਨਸ ਫੇਮਸ, ਦੈਟ ਨਿਊਮਰਸ ਡਿਵੈਲਰਸ ਜਿਹੜੇ ਬਹੁਤ ਸਾਰੇ ਲੋਕ ਆ ਯੂਨਾਈਟਿਡ ਕਿੰਗਡਮ ਦੇ, ਯੂਕੇ ਦੇ ਮੀਨਸ ਡੂ ਨਾਟ ਗਿਵ ਪ੍ਰਾਇਓਰਿਟੀ ਮੀਨਸ ਉਹ ਪ੍ਰਾਇਓਰਿਟੀ ਮੀਨਸ ਪ੍ਰੈਫਰੈਂਸ ਨਹੀਂ ਦਿੰਦੇਗੇ ਪਬਲਿਕ ਵਹੀਕਲ ਨੂੰ, ਕਿਉਂਕਿ ਉਹ ਕੀ ਆ ਟਾਈਮ ਕੰਜ਼ਿਊਮਿੰਗ ਆ। ਬਿਕੋਜ਼ ਆਫ ਟਾਈਮ ਕੰਜ਼ਿਊਮਿੰਗ ਮੀਨਸ ਉਹ ਬਹੁਤ ਜ਼ਿਆਦਾ ਟਾਈਮ ਖਰਾਬ ਕਰਦੇ ਉਹਨਾਂ ਦਾ। ਐਜ਼ ਵੈਲ ਐਜ਼ ਏਸ਼ੀਅੰਟ ਕੰਸਟਰਕਸ਼ਨ ਆਫ ਰੋਡਸ ਮੀਨਸ ਰੋਡਸ ਜਿਹੜੀ ਕੰਸਟਰਕਸ਼ਨ ਆ ਉਹ ਵਧੀਆ ਨਹੀਂ ਗੀ, ਇਸ ਕਰਕੇ ਉਹ ਪ੍ਰੈਫਰੈਂਸ ਨਹੀਂ ਦਿੰਦੇਗੇ। ਆਪਾਂ ਇਹਦੀ ਐਗਜ਼ਾਮਪਲ ਦੇ ਦੀ ਐਜ਼ ਅ ਸੀਕੁਅਲ ਦਾ ਮੀਨਸ ਐਜ਼ ਅ ਰਿਜ਼ਲਟ ਮੀਨਸ ਇਹਦਾ ਰਿਜ਼ਲਟ ਕੀ ਕੱਢਣਾ ਆਪਾਂ ਇਟ ਕੈਨ ਬੀ ਮੈਂਸ਼ਨ ਇਹ ਮੈਂਸ਼ਨ ਕੀਤਾ ਜਾ ਸਕਦਾ ਵਾ। ਥੀਜ਼ ਰੀਜ਼ਨਸ ਆਰ ਰਿਸਪੌਂਸੀਬਲ ਫॉर ਟ੍ਰੈਫਿਕ ਜੈਮ। ਇਹ ਸਾਰੇ ਰੀਜ਼ਨ ਆ ਜਿਹੜੇ ਕਿ ਟ੍ਰੈਫਿਕ ਜੈਮ ਦੇ ਲਈ ਰਿਸਪੌਂਸੀਬਲ ਆ। ਹੁਣ ਆਪਾਂ ਸੋਲਿਊਸ਼ਨ ਵੱਲ ਮੂਵ ਕਰਦੇ ਹਾਂ। ਟੂ ਕਰਟੇਲ ਥੀਜ਼ ਓਬਸਟੈਕਲਸ ਪ੍ਰੋਬਲਮ ਨੂੰ ਆਪਾਂ ਓਬਸਟੈਕਲਸ ਵੀ ਕਹਿ ਸਕਦੇ ਹਾਂ। ਕਰਟੇਲ ਦਾ ਮਤਲਬ ਟੈਕਲ ਮੀਨਸ ਇਹਨਾਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਫਸਟ ਐਂਡ ਫॉरमोस्ट ਪਹਿਲਾ ਸੋਲਿਊਸ਼ਨ ਕੀ ਹੋ ਸਕਦਾ? ਜਿਹੜੀਆਂ ਆਪਾਂ ਪ੍ਰੋਬਲਮਸ ਮੈਂਸ਼ਨ ਕੀਤੀਆਂ ਆਪਾਂ ਸੋਲਿਊਸ਼ਨ ਉਹੀ ਦੇਣੇ ਆ, ਉਹਨਾਂ ਪ੍ਰੋਬਲਮਸ ਦੇਣੇ ਆ। ਇਹ ਨਹੀਂ ਕਿ ਆਪਾਂ ਪ੍ਰੋਬਲਮਸ ਹੋਰ ਮੈਂਸ਼ਨ ਕੀਤੇ ਤੇ ਸੋਲਿਊਸ਼ਨ ਹੋਰ ਕੋਈ, ਉਹਦੇ ਨਾਲ ਤੁਹਾਡਾ ਜਿਹੜਾ ਵਾ ਸਾਰਾ ਰਾਈਟਿੰਗ ਟਾਸਕ ਟੂ ਖਰਾਬ ਹੋ ਜਾਣਾ। First and foremost, individuals should give preference to carpooling, which would diminish this hurdle to considerable extent among gigantic cities. ਪਹਿਲਾਂ ਆਪਾਂ ਕੀ ਕਿਹਾ ਸੀ ਵੀ ਜਿਹੜੇ ਲੋਕ ਆ ਉਹ ਪ੍ਰਾਈਵੇਟ ਵਹੀਕਲਸ ਨੂੰ ਪ੍ਰੈਫਰੈਂਸ ਦਿੰਦੇ ਆ। ਇਹਦਾ ਸੋਲਿਊਸ਼ਨ ਕੀ ਆ? ਫਸਟ ਐਂਡ ਫॉरमोस्ट ਆਪਾਂ ਇੱਥੇ ਕਨੈਕਟਰ ਯੂਜ਼ ਕਰ ਲਿਆ। ਫਿਰ ਆਪਾਂ ਕਹਿੰਦਾ ਵੀ ਜਿਹੜੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਸੋਲਿਊਸ਼ਨ 'ਚ ਆਪਾਂ ਦੱਸਦਾ ਵੀ ਉਹਨਾਂ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਕਾਰਪੂਲਿੰਗ ਦਾ ਮਤਲਬ ਇਹ ਆ ਵੀ ਜੇ ਉਹਨਾਂ ਨੇ ਇੱਕ ਡੈਸਟੀਨੇਸ਼ਨ 'ਤੇ ਜਾਣਾ ਮੀਨਸ ਇੱਕ ਪਲੇਸ 'ਤੇ ਜਾਣਾ, ਉਹਨਾਂ ਨੂੰ 3-4 ਵਹੀਕਲ ਨਹੀਂ ਯੂਜ਼ ਕਰਨੇ ਚਾਹੀਦੇ, ਸੈਪਰੇਟਲੀ ਇੱਕ ਵਹੀਕਲ ਯੂਜ਼ ਕਰਕੇ ਉੱਥੇ ਜਾਣਾ ਚਾਹੀਦਾ, ਜਿਹਦੇ ਨਾਲ ਉਹਨਾਂ ਨੂੰ ਬਹੁਤ ਬੈਨੀਫਿਟਸ ਹੋਊਗਾ, ਜਿਹੜਾ ਕਿ ਮੈਂ ਅੱਗੇ ਮੈਂਸ਼ਨ ਕੀਤਾ ਵਾ। ਵਿਚ ਵੁੱਡ ਡਿਮਿਨਿਸ਼ ਦਿਸ ਹਰਡਲ ਟੂ ਕੰਸੀਡਰੇਬਲ ਐਕਸਟੈਂਟ ਮੀਨਸ ਜਿਹੜੀ ਇਹ ਪ੍ਰੋਬਲਮ ਆ ਹਰਡਲ ਵੀ ਕਹਿ ਸਕਦੇ ਆਪਾਂ, ਆਬਸਟੈਕਲ ਵੀ ਕਹਿ ਸਕਦੇ ਹਾਂ ਪ੍ਰੋਬਲਮ ਨੂੰ, ਹਰਡਲ ਵੀ ਜਿਹੜੀ ਇਹ ਪ੍ਰੋਬਲਮ ਆ ਇਹ ਘੱਟ ਜੂਗੀ। ਡਿਮਿਨਿਸ਼ ਮੀਨਸ ਘੱਟ ਜੂਗੀ ਕਾਫੀ ਹੱਦ ਤੱਕ। ਟੂ ਕੰਸੀਡਰੇਬਲ ਐਕਸਟੈਂਟ ਦਾ ਮਤਲਬ ਹੁੰਦਾ ਵੀ ਕਾਫੀ ਹੱਦ, ਟੂ ਗ੍ਰੇਟ ਐਕਸਟੈਂਟ ਅਮੰਗ ਗਿਗਨੈਟਿਕ ਸਿਟੀਜ਼ ਦਾ ਮਤਲਬ ਵੱਡੀਆਂ ਸ਼ਹਿਰਾਂ ਜਿਨ੍ਹਾਂ ਨੂੰ ਆਪਾਂ ਮੈਟਰੋਪੋਲੀਟਨ ਸਿਟੀਜ਼ ਵੀ ਕਹਿੰਦੇ ਆ। ਮੈਨਕਾਈਂਡਸ ought to utilize single vehicle rather than 4-5 ਮੀਨਸ ਜਿਹੜੇ ਲੋਕ ਆ ਉਹਨਾਂ ਨੂੰ ਇੱਕ
व्हीकल यूज़ करना चाहिए वा रैदर दैन 4 or 5 मीनस 4-5 व्हीकल यूज़ करने की जगह इफ़ दे विजिट ऑन द सेम प्लेस। जे वो इक्को प्लेस से विजिट करते मीनस जे एक प्लेस से जाना उन्होंने तो उन्होंने सैपरेट व्हीकल नहीं यूज़ करने चाहिए, सिंगल व्हीकल यूज़ करना चाहिए वा which will reduce both their expense and count of vehicles on roads। ਇੱਥੇ ਆਪਾਂ ਕਨੈਕਟਰ ਯੂਜ਼ ਕਰਤਾ both ਤੇ and ਵਾਲਾ। ਇਹਦੇ ਨਾਲ ਕੀ ਹੋਊਗਾ, ਆਪਾਂ ਕਹਿੰਦਾ ਵੀ ਇਹਦੇ ਨਾਲ ਕੀ ਦੋ ਚੀਜ਼ਾਂ ਹੋਣਗੀਆਂ which will reduce both। ਦੋ ਚੀਜ਼ਾਂ ਕਿਹੜੀਆਂ ਹੋਣਗੀਆਂ, their expense ਮੀਨਸ ਕਿਹੜੀਆਂ ਚੀਜ਼ਾਂ ਦੋ ਘਟਣਗੀਆਂ, ਉਹਨਾਂ ਦਾ ਖਰਚਾ ਘਟੂਗਾ, ਦੈਨ ਕੀ ਹੋਊਗਾ count of vehicles ਮੀਨਸ ਵਹੀਕਲਸ ਦੀ ਜਿਹੜੀ ਗਿਣਤੀ ਘਟੂਗੀ ਰੋਡਸ ਤੇ। ਨੈਕਸਟ ਪੁਆਇੰਟ ਆਪਾਂ ਦੇਤਾ ਇੱਥੇ ਇਨ ਐਡੀਸ਼ਨ, ਇਸ ਤੋਂ ਇਲਾਵਾ ਟੂ ਗਵਰਨਮੈਂਟ must take appropriate steps to curb out this hardship। ਨੈਕਸਟ ਪੁਆਇੰਟ ਆਪਾਂ ਦਿੱਤਾ ਕਨੈਕਟਰ ਲਗਾ ਕੇ ਇਨ ਐਡੀਸ਼ਨ ਟੂ, ਫਸਟ 'ਚ ਆਪਾਂ ਕਿਹੜਾ ਲਗਾ ਸੀ ਫਰਦਰ ਮੂਵ ਵੀ ਨੈਕਸਟ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਵਾ ਅਪਰੋਪਰੀਏਟ ਸਟੈਪਸ ਮੀਨਸ ਸਟੈਪਸ ਲੈਣੇ ਚਾਹੀਦੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ। ਸੋਲਵ ਦਾ ਸਿਨੋਨੀਮ ਇੱਥੇ ਲਿਖਤਾ ਕਰਬ ਆਊਟ ਦਿਸ ਹਾਰਡਸ਼ਿਪ ਮਤਲਬ ਪ੍ਰੋਬਲਮ ਐਜ਼ ਇਟ ਮੇ ਬਿਲਡ ਨਿਊ ਰੋਡਸ। ਨੈਕਸਟ ਆਪਣਾ ਪੁਆਇੰਟ ਕੀ ਸੀਗਾ, ਕਾਜ਼ ਸੀਗਾ ਇਨਫਰਾਸਟਰਕਚਰ, ਓਲਡ ਇਨਫਰਾਸਟਰਕਚਰ। ਤੇ ਆਪਾਂ ਇਹਦੇ ਵਿੱਚ ਲਿਖਤਾ ਵੀ ਜਿਹੜੀ ਗਵਰਨਮੈਂਟ ਆ ਨੂੰ ਸਟੈਪ ਲੈਣੇ ਚਾਹੀਦੇ ਆ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਐਜ਼ ਦਾ ਮਤਲਬ ਜਿਵੇਂ, ਕਿਉਂਕਿ ਵੀ ਹੁੰਦਾ ਦਾ ਮੀਨਿੰਗ ਇਟ ਮੇ ਬਿਲਡ ਨਿਊ ਰੋਡਸ ਮੀਨਸ ਉਹ ਨਵੇਂ ਰੋਡਸ ਬਣਾ ਸਕਦੀ ਆ ਬਾਈ ਡਿਮੋਲਿਸ਼ਿੰਗ ਪ੍ਰੀਵੀਅਸ ਵਨਸ ਮੀਨਸ ਪੁਰਾਣੇ ਵਾਲਿਆਂ ਨੂੰ ਡਿਮੋਲਿਸ਼ ਕਰਕੇ। ਰਿਜ਼ਲਟ ਕੀ ਹੋਊਗਾ ਤਾਂ ਦੇਅਰ ਐਫਰਟਸ ਕੁਡ ਪਲਮਟ ਟ੍ਰੈਫਿਕ ਕੰਜੈਸ਼ਨ ਐਂਡ ਐਕਸੀਡੈਂਟਸ। ਇਹਦਾ ਰਿਜ਼ਲਟ ਕੀ ਹੋਊਗਾ ਵੀ ਜਿਹੜੇ ਇਹਨਾਂ ਦੇ ਐਫਰਟਸ ਆ ਲੋਕਾਂ ਦੇ ਤੇ ਗਵਰਨਮੈਂਟ ਦੇ ਘਟਾ ਸਕਦੇ ਆ। ਪਲਮਟ ਮੀਨਸ ਡ੍ਰੌਪ ਜਾਂ ਰਿਡਿਊਸ ਟ੍ਰੈਫਿਕ ਕੰਜੈਸ਼ਨ ਤੇ ਐਕਸੀਡੈਂਟਸ ਨੂੰ। ਇਹਦੇ ਵਿੱਚ ਆਪਾਂ ਐਗਜ਼ਾਮਪਲ ਨਹੀਂ ਦਿੱਤੀ ਕਿਉਂਕਿ ਇਹ ਪਹਿਲਾਂ ਹੀ ਬਹੁਤ ਲੈਂਥੀ ਸੀਗਾ ਪੈਰਾਗ੍ਰਾਫ, ਬਟ ਆਪਣੇ ਇੱਕ ਐਸੇ ਦੇ ਵਿੱਚ ਐਟਲੀਸਟ ਇੱਕ ਐਗਜ਼ਾਮਪਲ ਇੰਪੋਰਟੈਂਟ ਆ। ਹੁਣ ਆਪਾਂ ਇਹਦਾ ਕਨਕਲੂਜਨ ਦੇਖਾਂਗੇ। ਟੂ ਕਨਕਲੂਡ albeit there are a tremendous causes of jam packed roads। ਆਪਾਂ ਕਨਕਲੂਜਨ 'ਚ ਲਿਖਤਾ, ਕਨਕਲੂਜਨ ਕੀ ਹੁੰਦਾ ਵਾ ਜੋ ਵੀ ਆਪਾਂ ਐਸੇ ਲਿਖਿਆ ਵਾ ਉਹਦਾ ਆਪਾਂ ਓਵਰਆਲ ਲਿਖ ਦੇਣਾ ਹੁੰਦਾ। ਇਹਦੇ ਵਿੱਚ ਕੋਈ ਆਪਾਂ ਪੁਆਇੰਟ ਐਕਸਟਰਾ ਨਹੀਂ ਮੈਂਸ਼ਨ ਕਰ ਸਕਦੇ। ਆਪਾਂ ਕਹਤਾ ਕਿ albeit there are tremendous causes, albeit ਹੁੰਦਾ although ਵੀ ਭਾਵੇਂ ਇਹਦੇ ਬਹੁਤ ਸਾਰੇ causes ਆ of jam packed roads ਮੀਨਸ ਟ੍ਰੈਫਿਕ ਕੰਜੈਸ਼ਨ ਦੇ big towns in big towns which cannot be neglected, ਜਿਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਆਪਾਂ ਕਹਤਾ ਵੀ ਇਹਦੇ ਬਹੁਤ ਸਾਰੇ ਕਾਰਨ ਆ ਮੀਨਸ ਟ੍ਰੈਫਿਕ ਕੰਜੈਸ਼ਨ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਗਨੋਰ ਮੀਨਸ ਨੈਗਲੈਕਟਡ ਤੇ ਪੈਸਿਵ ਫਾਰਮ 'ਚ ਲਿਖਿਆ ਆਪਾਂ ਇਸ ਮਾਡਲ ਨੂੰ cannot be neglected। The endeavors of administration and civilians this impediment would drop automatically means ਗਵਰਨਮੈਂਟ ਨੂੰ ਆਪਾਂ ਲਿਖਿਆ ਤੇ ਐਡਮਿਨਿਸਟ੍ਰੇਸ਼ਨ, ਜੀ ਐਡਮਿਨਿਸਟ੍ਰੇਸ਼ਨ ਤੇ ਲੋਕ ਸਿਵਿਲੀਅਨਸ ਮੀਨਸ ਲੋਕਾਂ ਦੇ ਜਿਹੜਾ ਐਫਰਟਸ ਦੇ ਨਾਲ ਐਫਰਟਸ ਨੂੰ ਆਪਾਂ ਲਿਖਿਆ endeavors। ਜਿਹੜੀ ਪ੍ਰੋਬਲਮ ਆ ਪ੍ਰੋਬਲਮ ਇਜ਼ impediment would drop ਵੀ ਘਟ ਜੂਗੀ ਆਟੋਮੈਟਿਕਲੀ। ਇਸ ਟੌਪਿਕ ਦੇ ਵਿੱਚ ਮੈਂ ਕੋਲੋਕੇਸ਼ਨਸ ਯੂਜ਼ ਕੀਤੀਆਂ ਹੋਈਆਂ ਵਾ। ਕੋਲੋਕੇਸ਼ਨ ਯੂਜ਼ ਕਰਨ ਦਾ ਬੈਨੀਫਿਟ ਕੀ ਆ ਕਿ ਆਪਣੇ ਬੈਂਡ ਸਕੋਰ ਨੂੰ ਇੰਪਰੂਵ ਕਰਦੀਆਂ, ਵੈਰਾਈਟੀ ਆਫ ਸੈਂਟੈਂਸ ਸ਼ੋ ਕਰਦੀਆਂ ਵਾ, ਦੈਟ ਮੀਨਸ ਵੋਕੈਬਲਰੀ ਸ਼ੋ ਕਰਦੀਆਂ ਵਾ। ਅਪਰੋਪਰੀਏਟ ਸਟੈਪਸ ਕੋਲੋਕੇਸ਼ਨ ਕਿਹਨੂੰ ਕਹਿੰਦੇ ਆ, ਆਪਾਂ ਜਦੋਂ ਨਾਊਨ ਦੇ ਅੱਗੇ ਵਰਡ ਲਗਾ ਦਿੰਦੇ ਆ ਇੱਕ ਜਿਹੜਾ ਕਿ ਉਹਦੇ ਬਾਰੇ ਹੀ ਐਕਸਟਰਾ ਇਨਫੋਰਮੇਸ਼ਨ ਦਿੰਦਾ ਵਾ, ਉਹਨੂੰ ਕਹਿੰਦੇ ਐਡਜੈਕਟਿਵ ਮੀਨਸ ਨਾਊਨ ਦੇ ਆਪਾਂ ਅੱਗੇ ਜਦੋਂ ਐਡਜੈਕਟਿਵ ਲਗਾ ਦਿੰਦੇ ਆ ਉਹਨੂੰ ਬੋਲਦੇ ਆ ਕੋਲੋਕੇਸ਼ਨ। ਇੱਥੇ ਆਪਾਂ ਸਿੰਪਲੀ ਵੀ ਲਿਖ ਸਕਦੇ ਸੀਗੇ ਵੀ ਗਵਰਨਮੈਂਟ ਮਸਟ ਟੇਕ ਸਟੈਪਸ। ਅਪਰੋਪਰੀਏਟ ਸਟੈਪਸ ਦਾ ਮਤਲਬ ਕਿ ਇਹ ਕੋਲੋਕੇਸ਼ਨ ਬਣ ਗਈ, ਸਟੈਪਸ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦੀ ਆ ਮੀਨਸ ਗਵਰਨਮੈਂਟ ਨੂੰ ਸਹੀ ਸਟੈਪਸ ਲੈਣੇ ਚਾਹੀਦੇ ਆ, ਉਹਨੂੰ ਬੋਲਦੇ ਕੋਲੋਕੇਸ਼ਨ। ਜਿਹਦੇ ਅੱਗੇ ਆਪਾਂ ਜਿਹੜੇ ਨਾਊਨ ਦੇ ਅੱਗੇ ਆਪਾਂ ਐਡਜੈਕਟਿਵ ਲਗਾ ਦਿੰਦੇ ਆ। ਨੈਕਸਟ ਮੈਂ ਇੱਥੇ ਯੂਜ਼ ਕੀਤੀ ਕੋਲੋਕੇਸ਼ਨ ਸਿਗਨੀਫੀਕੈਂਟ ਇਸ਼ੂ। ਇੱਥੇ ਆਪਾਂ ਸਿੰਪਲੀ ਵੀ ਕਹਿ ਸਕਦੇ ਸੀਗੇ ਕਮੈਂਸਿੰਗ ਵਿਦ ਦਾ ਮੋਸਟ ਇੰਪੋਰਟੈਂਟ ਜਾਂ ਸਿਗਨੀਫਿਕੈਂਟ ਆਪਾਂ ਨੂੰ ਲਗਾਉਣਾ ਹੀ ਪੈਣਾ ਸੀ ਇੱਥੇ ਮੀਨਸ ਇਹ ਕੋਲੋਕੇਸ਼ਨ ਯੂਜ਼ ਕਰਨੀ ਹੀ ਪੈਣੀ ਸੀ ਸਿੰਪਲੀ ਕਿਉਂਕਿ ਬਣਦਾ ਹੀ ਨਹੀਂ ਸੀਗਾ। ਕਮੈਂਸਿੰਗ ਵਿਦ ਦਾ ਮੋਸਟ ਇਸ਼ੂ ਮੀਨਸ ਨਹੀਂ ਕਨੈਕਟ ਹੋ ਰਿਹਾ ਸੀ। ਸਿਗਨੀਫਿਕੈਂਟ ਇਸ਼ੂ ਨਾਲ ਆਪਣਾ ਕੀ ਇੱਕ ਕੋਲੋਕੇਸ਼ਨ ਬਣ ਗਈ ਮੀਨਸ ਕੀ ਆ ਆਪਣੀ ਵੋਕੈਬਲਰੀ ਨੂੰ ਇਹ ਸ਼ੋ ਕਰਦੀ ਹੈ। ਦੇਖ ਮੈਂ ਇੱਥੇ ਯੂਜ਼ ਕੀਤੀ ਆ ਕੰਟਰੀਬਿਊਟਿਵ ਫੈਕਟਰਸ। ਆਪਾਂ ਸਿੰਪਲ ਫੈਕਟਰਸ ਵੀ ਕਹਿ ਸਕਦੇ ਵੀ ਦੇਅਰ ਆਰ ਸੈਵਰਲ ਫੈਕਟਰਸ। ਫੈਕਟਰਸ ਕੀ ਹੁੰਦੇ ਰੀਜ਼ਨ ਤੇ ਆਪਾਂ ਕੰਟਰੀਬਿਊਟਿਵ ਲਗਾ ਕੇ ਮੀਨਸ ਫੈਕਟਰਸ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦਾ ਵਾ, ਇੱਕ ਕੋਲੋਕੇਸ਼ਨ ਬਣ ਗਈ। ਰੈਮੇਡੀਕਲ ਮੈਜਰਮੈਂਟਸ ਦੇ ਸੋਲਿਊਸ਼ਨ ਰੈਮੇਡੀਕਲ ਕੀ ਹੈ, ਰੈਮੇਡੀਕਲ ਮੈਜਰਮੈਂਟਸ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦੀ ਆ। ਮੈਜਰਮੈਂਟਸ ਕੀ ਹੈ, ਨਾਊਨ ਆ, ਨਾਊਨ ਦੇ ਬਾਰੇ ਜਿਹੜਾ ਐਕਸਟਰਾ ਇਨਫੋਰਮੇਸ਼ਨ ਵਰਡ ਦਿੰਦਾ ਉਹਨੂੰ ਐਡਜੈਕਟਿਵ ਕਹਿੰਦੇ ਆ। ਤੇ ਜਦੋਂ ਆਪਾਂ
ਨਾउन ਤੇ ਐਡਜੈਕਟਿਵ ਨੂੰ ਇਕੱਠਾ ਲਗਾਉਂਦੇ ਆ ਉਹ ਬਣ ਜਾਂਦੀ ਕॉल ਲੋਕੇਸ਼ਨ। ਤੇ ਇਹਦੇ ਨਾਲ ਕੀ ਹੁੰਦਾ ਵਾ, ਇਹ ਆਪਣੇ ਬੈਂਡ ਸਕੋਰ ਨੂੰ ਇੰਪਰੂਵ ਕਰਦੀ ਆ ਰਾਈਟਿੰਗ ਟਾਸਕ 'ਚ, ਜੇ ਆਪਾਂ ਐਟਲੀਸਟ 7 ਬੈਂਡਸ ਲੈਣੇ ਆ ਜਾਂ ਉਸ ਤੋਂ ਅਬਵ। ਹੋਪ ਸੋ ਯੂ ਮਸਟ ਹੈਵ ਅੰਡਰਸਟੂਡ the writing task 2 causes and solution. If you have any kind of problem, you can ask me through comments. Thanks for watching my video.